ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਕੜੀ ਆਪ ਸਾਰੀਆਂ ਸੰਗਤਾਂ ਦੇ ਨਾਲ ਦਾਸ ਸਾਂਝਾ ਕਰਦਾ ਹੈਗਾ। ਸੋ ਭਾਈ ਬਿਹਾਲ ਦਾਸ ਜੀ ਜਦੋਂ ਮਹਾਂਪੁਰਖਾਂ ਦੀ ਸੇਵਾ ਕਰਦੇ ਸੀਗੇ ਤੇ ਬੜੀ ਕਠਿਨ ਸੇਵਾ ਹਨ ਭਾਈ ਬਿਹਾਲ ਦਾਸ ਜੀ ਉਹਨਾਂ ਨੇ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਦੀ ਕੀਤੀ। ਇਸ ਤਰ੍ਹਾਂ 10 ਸਾਲ ਦੀ ਕਠਿਨ ਸੇਵਾ ਤੋਂ ਬਾਅਦ ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਗੁਰ ਪੀਰਾਂ ਦੀ ਚਾਕਰੀ ਮਹਾ ਕਰੜੀ ਸੁਖ ਸਾਰ। ਦੇਖੋ ਇਸ 10 ਸਾਲ ਦੀ ਕਠਿਨ ਸੇਵਾ ਤੋਂ ਬਾਅਦ ਫਿਰ ਬਾਬਾ ਮਹਾ ਹਰਨਾਮ ਸਿੰਘ ਨੇ ਸਾਰੀਆਂ ਬਖਸ਼ਿਸ਼ਾਂ ਭਾਈ ਬਿਹਾਲ ਦਾਸ ਜੀ ਨੂੰ ਦੇ ਉੱਤੇ ਕੀਤੀਆਂ ਤੇ ਉਹਨਾਂ ਨੂੰ ਸੰਤ ਪਦਵੀ ਦੇ ਨਾਲ ਨਿਵਾਜ ਦਿੱਤਾ ਸੀਗਾ। ਜਦੋਂ ਮਹਾਂਪੁਰਖਾਂ ਨੇ ਸੰਤ ਬਿਹਾਲ ਦਾਸ ਜੀ ਨੂੰ ਜਦ ਸੇਵਾ ਲਾਈ ਆ, ਸੰਤ ਬਿਹਾਲ ਦਾਸ ਜੀ ਦੀ ਪਦਵੀ ਕਰਕੇ ਸੰਬੋਧਨ ਕਰ ਦਿੱਤਾ ਤੇ ਨਾਲ ਜਿਹੜੀਆਂ ਸੀ ਕੁਝ ਹਦਾਇਤਾਂ ਕੀਤੀਆਂ। ਉਸ ਹਦਾਇਤਾਂ ਵਿੱਚ ਸੰਤ ਬਿਹਾਲ ਦਾਸ ਜੀ ਨੂੰ ਮਹਾਂਪੁਰਖਾਂ ਨੇ ਦੱਸਿਆ, ਕਹਿੰਦੇ ਦੇਖ ਭਾਈ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜ਼ਿੰਦਗੀ ਵਿੱਚ ਕਦੀ ਵੀ ਜਿਹੜਾ ਨਿਤਨੇਮ ਆ ਇਹ ਕਦੀ ਨਹੀਂ ਛੱਡਣਾ। ਇਸ ਨਿਤਨੇਮ ਵਿੱਚ ਕਦੀ ਨਾਗਾ ਨਹੀਂ ਪਾਉਣਾ। ਨਿਰਵਿਘਨ ਜਿਹੜਾ ਨਾ ਆਪਣਾ ਨਿਤਨੇਮ ਜਾਪ ਸਦਾ ਰੱਖਣਾ ਹੈ। ਦੂਸਰਾ ਮਹਾਂਪੁਰਖਾਂ ਨੇ ਬਚਨ ਕੀਤਾ ਸੀਗਾ, ਕਹਿੰਦੇ ਕਿਸੇ ਦੇ ਨਾਲ ਨਾ ਮੋਹ ਨਹੀਂ ਪਾਉਣਾ ਹੈ। ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੈਰ। ਬਸ ਇਸ ਚੀਜ਼ ਤੋਂ ਜਿਹੜਾ ਨਾ ਪਰੇ ਰਹਿਣਾ ਹੈ। ਤੇ ਤੀਸਰਾ ਜਿਹੜਾ ਮਹਾਂਪੁਰਖਾਂ ਨੇ ਬਚਨ ਕੀਤਾ ਸੀ, ਕਹਿੰਦੇ ਕਿਸੇ ਦੀ ਸੇਵਾ ਦੇ ਉੱਤੇ ਜਦ ਤੱਕ ਪਰਖ ਪੂਰੀ ਨਾ ਉਤਰੇ ਤਦ ਤੱਕ ਕੋਈ ਕਿਸੇ ਨਾਲ ਬਹੁਤਾ ਬਚਨ ਨਹੀਂ ਕਰਨਾ ਹੈ। ਜਦੋਂ ਦੇਖਿਆ ਕਿ ਜਿਹੜਾ ਸੇਵਕ ਹੈਗਾ ਸੇਵਾ ਦੇ ਵਿੱਚ ਪੂਰਾ ਉਤਰ ਜਾਵੇ ਹੈ ਨਾ, ਫਿਰ ਉਹ 'ਤੇ ਬਖਸ਼ਿਸ਼ ਕਰਨੀ ਜਿਹੜਾ ਉਹ ਸਾਧੂ ਦਾ ਧਰਮ ਬਣ ਜਾਂਦਾ, ਫਰਜ਼ ਬਣ ਜਾਂਦਾ। ਸੋ ਇਸ ਤਰ੍ਹਾਂ ਨਾ 3 ਬਖਸ਼ਿਸ਼ਾਂ ਜਿਹੜੀਆਂ ਮਹਾਂਪੁਰਖਾਂ ਨੇ ਸੰਤ ਬਿਹਾਲ ਦਾਸ ਜੀ 'ਤੇ ਕੀਤੀਆਂ ਤੇ ਉਹਨਾਂ ਨੂੰ ਫਿਰ ਜਿਹੜਾ ਸੇਵਾ ਵਾਸਤੇ ਹੈ ਨਾ ਦੂਰ ਭੇਜਿਆ ਹੈ। ਪਰ ਸੰਤ ਬਿਹਾਲ ਦਾਸ ਜੀ ਦਾ ਚਿੱਤ ਨਹੀਂ ਸੀ ਕਰਦਾ ਮਹਾਂਪੁਰਖਾਂ ਦੇ ਚਰਨਾਂ ਤੋਂ ਵਿਛੜਨ ਕਰਕੇ। ਪਰ ਮਹਾਂਪੁਰਖ ਨੇ ਆਖਿਆ ਸੀ, ਕਹਿੰਦੇ ਭਾਈ ਹੁਣ ਸਮਾਂ ਆ ਗਿਆ ਹੈਗਾ ਕਿ ਤੁਸੀਂ ਇੱਕ ਅਲੱਗ ਆਸ਼ਰਮ ਤਿਆਰ ਕਰੋ। ਉਸ ਆਸ਼ਰਮ ਦੇ ਵਿੱਚ ਫਿਰ ਤੁਹਾਡੇ ਕੋਲ ਪ੍ਰੇਮੀ ਵੀ ਆਉਣਗੇ, ਸੰਗਤ ਵੀ ਆਊ ਤੇ ਫਿਰ ਬਾਬੇ ਨਾਨਕ ਦਾ ਜੋ ਆਸ਼ਾ ਹੈ, ਜੋ ਮਨਸਾ ਹੈ, ਉਸ ਨਿਰੰਕਾਰ ਨਾਲ ਜੋੜਨਾ। ਉਸ ਆਸ਼ੇ ਨੂੰ, ਉਸ ਟੀਚੇ ਨੂੰ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਧਰਮ ਦੀ ਡਿਊਟੀ ਹੈ ਇਹਨੂੰ ਪੂਰਾ ਕਰੋ। ਤੇ ਉਸ ਤੋਂ ਬਾਅਦ ਫਿਰ ਸੰਤ ਬਿਹਾਲ ਦਾਸ ਜਿਹੜੇ ਸੀ ਮਹਾਂਪੁਰਖਾਂ ਕੋਲ ਚਲੇ ਗਏ। ਫਿਰ ਸੰਤ ਬਾਬਾ ਹਰਨਾਮ ਸਿੰਘ ਜੀ ਦੇਖੋ ਇਕੱਲੇ ਰਹਿ ਗਏ। ਨਾ ਤਾਂ ਕੋਈ ਸੇਵਾਦਾਰ ਮਹਾਂਪੁਰਖਾਂ ਕੋਲ ਰਿਹਾ, ਨਾ ਕੋਈ ਹੋਰ। ਹੁਣ ਸਾਰੀ ਜਿਹੜੀ ਜ਼ਿੰਦਗੀ ਦੀ ਅਗਲੀ ਜਿੰਨੀ ਵੀ ਕਾਰਗੁਜ਼ਾਰੀ ਸੀ ਇਹ ਨਿਰੰਕਾਰ ਦੇ ਉੱਤੇ ਮਹਾਂਪੁਰਖਾਂ ਨੇ ਛੱਡ ਦਿੱਤੀ। ਉਸ ਤੋਂ ਬਾਅਦ ਕੀ ਹੋਇਆ ਕਿ ਜਿਵੇਂ ਉਹ ਵਾਹਿਗੁਰੂ ਜੀ ਜਿਹੜੇ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠਤਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਸੋ ਇਸ ਤਰ੍ਹਾਂ ਕਾਲ ਪੁਰਖ ਨੇ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਨੂੰ ਆਪਣੀ ਜਿਹੜਾ ਨੇੜਤਾ ਦਾ ਜਿਹੜਾ ਸੂਤ ਸੀਗਾ ਉਹ ਜਿਹੜਾ ਸੀਗਾ ਉਹ ਕਈਆਂ ਸੇਵਕਾਂ ਦੇ ਰੂਪ ਦੇ ਵਿੱਚ ਦਿੱਤਾ। ਸੋ ਅਗਲਾ ਪ੍ਰਸੰਗ ਹੈ ਨਾ ਇਹ ਸਰਦਾਰ ਜੋਗਿੰਦਰ ਸਿੰਘ ਢਿੱਲੋਂ ਉਹਨਾਂ ਨੇ ਜਿਹੜਾ ਸੀਗਾ ਉਹ ਸੰਗਤ ਦੇ ਨਾਲ ਮਹਾਂਪੁਰਖਾਂ ਦੇ ਨਾਲ ਸਾਂਝਾ ਕੀਤਾ ਸੀਗਾ। ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਨਾ ਭਾਈ ਸੋਹਣ ਸਿੰਘ ਢਿੱਲੋਂ ਹੋਏ ਭੁੱਚੋ ਕਲਾਂ ਦੇ। ਇਹ ਜਿਹੜੇ ਸੋਹਣ ਸਿੰਘ ਢਿੱਲੋਂ ਸੀਗੇ ਇਹ ਗਊਆਂ ਚਾਰਨ ਦਾ ਕੰਮ ਕਰਦੇ ਸੀਗੇ। ਇੱਕ ਵਾਰ ਜਦ ਗਊਆਂ ਚਾਰਦੇ ਇਹ ਮਹਾਂਪੁਰਖਾਂ ਦੇ ਕੋਲ ਪਹੁੰਚੇ ਆ ਤੇ ਇਹਨਾਂ ਦੇ ਮਨ 'ਚ ਵਿਚਾਰ ਆਇਆ ਕਿ ਮਹਾਂਪੁਰਖਾਂ ਨੂੰ ਥੋੜ੍ਹਾ ਜਿਹਾ ਦੁੱਧ ਛਕਾਈਏ, ਇਹਨਾਂ ਦੀ ਦੁੱਧ ਦੇ ਨਾਲ ਸੇਵਾ ਕਰੀਏ। ਇਹਨਾਂ ਨੇ ਹੈ ਨਾ ਜਿਹੜਾ ਦੁੱਧ ਦੀ ਪੇਸ਼ਕਸ਼ ਸੀ ਮਹਾਂਪੁਰਖਾਂ ਦੇ ਅੱਗੇ ਕੀਤੀ। ਪਰ ਬਾਬਾ ਜੀ ਨੇ ਕਿਹਾ, ਕਹਿੰਦੇ ਭਾਈ ਤੇਰੀਆਂ ਗਾਈਆਂ ਦਾ ਦੁੱਧ ਤਾਂ ਛਕਾਂਗੇ ਪਰ ਅਸੀਂ ਉਹਦੇ ਬੱਟੇ ਤੈਨੂੰ ਪੈਸੇ ਦੇਣੇ ਆ। ਜਦ ਇਹ ਗੱਲ ਹੋਈ ਤਾਂ ਸੋਹਣ ਸਿੰਘ ਢਿੱਲੋਂ ਦੇ ਮਨ 'ਚ ਇਹ ਕਹਿਣ ਲੱਗਾ, ਬਾਬਾ ਜੀ ਮੈਂ ਪੈਸੇ ਨਹੀਂ ਲੈਣੇ, ਮੈਂ ਤਾਂ ਸੇਵਾ ਕਰਕੇ ਦੁੱਧ ਛਕਾਉਣਾ। ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਦੇਖ ਤੇਰੀਆਂ ਗਾਈਆਂ ਦਾ ਜਿਹੜਾ ਦੁੱਧ ਵਾ ਨਾ ਉਹ ਮੁਫਤ ਵਿੱਚ ਨਹੀਂ ਵਿਕਦਾ, ਤੈਨੂੰ ਉਹਦੀ ਮਜ਼ਦੂਰੀ ਮਿਹਨਤ ਲੈਣੀ ਚਾਹੀਦੀ ਹੈ। ਤੂੰ ਨਹੀਂ ਮਿਹਨਤ ਦੇ ਨਾਲ ਗਈਆਂ ਚਾਰਦਾ, ਇਹਨਾਂ ਨੂੰ ਪੱਠੇ ਪਾਉਂਦਾ, ਸਾਰਾ ਕੰਮ ਕਰਦਾ ਹੈਗਾ, ਫਿਰ ਮਜ਼ਦੂਰੀ ਲੈਣ ਦੇ ਵਿੱਚ ਕਾਹਦੀ ਸ਼ਰਮ ਹੈ। ਪਰ ਉਹ ਕਹਿਣ ਲੱਗਾ, ਨਹੀਂ ਮਹਾਂਪੁਰਖੋ ਮੈਂ ਤਾਂ ਸੇਵਾ ਹੀ ਕਰਨੀ। ਜਦ ਇਸ ਤਰ੍ਹਾਂ ਦੇ ਜਿਹੜੇ ਬਚਨ ਕੁਛ ਦਿਨ ਚੱਲਦੇ ਰਹੇ ਅਤੇ ਮਹਾਂਪੁਰਖ ਫਿਰ ਇੱਕ ਦਿਨ ਇਹਦਾ ਪ੍ਰੇਮ ਦੇਖੇ ਕਹਿਣ ਲੱਗੇ, ਕਹਿੰਦੇ ਚੰਗਾ ਭਾਈ ਸੋਹਣ ਸਿੰਘ, ਅੱਜ ਅਗਰ ਤੇਰਾ ਚਿੱਤ ਕਰਦਾ ਕਿ ਸਾਨੂੰ ਜ਼ਰੂਰੀ ਦੁੱਧ ਛਕਾਉਣਾ, ਤੂੰ ਇੱਦਾਂ ਕਰ ਇੱਕ ਗਾਂ ਲੈ ਆ, ਅਸੀਂ ਆਪ ਹੀ ਚੋ ਕੇ ਉਹਦਾ ਦੁੱਧ ਛਕ ਲਵਾਂਗੇ। ਇਹ ਸੁਣ ਕੇ ਹੈ ਨਾ ਭਾਈ ਸੋਹਣ ਸਿੰਘ ਬੜੇ ਖੁਸ਼ ਹੋਏ। ਅਤੇ ਉਸ ਤੋਂ ਬਾਅਦ ਫਿਰ ਹੈ ਨਾ ਮਹਾਂਪੁਰਖਾਂ ਦੇ ਸਾਹਮਣੇ ਇੱਕ ਗਾਂ ਲੈ ਕੇ ਜਿਹੜੀ ਸੀ ਉਹ ਖੜੀ ਕਰ ਦਿੱਤੀ ਅਤੇ ਬਾਬਾ ਜੀ ਨੇ ਆਪ ਹੱਥੀਂ ਦੁੱਧ ਚੋ ਕੇ ਫਿਰ ਉਸ ਗਾਂ ਦਾ ਛਕਿਆ ਸੀਗਾ। ਉਸ ਤੋਂ ਬਾਅਦ ਫਿਰ ਇਹ ਰੋਜ਼ ਮਹਾਂਪੁਰਖਾਂ ਦੀ ਸੇਵਾ ਕਰਨ ਲੱਗ ਪਿਆ ਦੁੱਧ ਦੀ। ਜਦ ਸੇਵਾ ਕਰਨ ਲੱਗ ਪਿਆ ਅਤੇ ਬਾਬਾ ਜੀ ਦੇ ਇਹਦੇ ਸੋਹਣ ਸਿੰਘ ਦੇ ਢਿੱਲੋਂ ਦੇ ਨਾਲ ਹਨ ਕਈ ਤਰ੍ਹਾਂ ਦੇ ਜਿਹੜੇ ਸੀਗੇ ਉਹ ਅਧਿਆਤਮਿਕ ਬਚਨ ਕਰਨੇ।
ਪਰ ਸੋਹਣ ਸਿੰਘ ਢਿੱਲੋਂ ਨੂੰ ਇਹਨਾਂ ਦੇ ਬਚਨਾਂ ਦੀ ਸਮਝ ਨਹੀਂ ਆਉਣੀ ਕਿ ਮਹਾਂਪੁਰਖ ਜਿਹੜੇ ਮੇਰੇ ਨਾਲ ਬਚਨ ਕਰਦੇ ਇਹਨਾਂ ਦਾ ਭਾਵ ਕੀ ਹੈ। ਫਿਰ ਉਹਦੇ ਮਨ 'ਚ ਸੋਚਿਆ ਵੀ ਇਹ ਤਾਂ ਜੋ ਬਚਨ ਕਰਦੇ ਬਹੁਤ ਉੱਚੇ ਹੈ, ਚਾਹੇ ਜਿਹੜੀ ਮੇਰੀ ਬੁੱਧੀ ਹੈ ਇਹਨਾਂ ਦੇ ਬਚਨਾਂ ਨੂੰ ਪਕੜਦੀ ਨਹੀਂ, ਇਸ ਕਰਕੇ ਕੋਈ ਐਸਾ ਬੰਦਾ ਮੈਂ ਨਾਲ ਲੈ ਕੇ ਆਵਾਂ ਜਿਹੜਾ ਇਹਨਾਂ ਦੇ ਬਚਨਾਂ ਨੂੰ ਸਮਝ ਸਕੇ ਤਾਂ ਮੈਨੂੰ ਵੀ ਸਮਝਾ ਸਕੇ। ਇਹ ਸੋਚ ਕੇ ਭਾਈ ਸੋਹਣ ਸਿੰਘ ਢਿੱਲੋਂ ਦੇ ਮਨ 'ਚ ਆਈ ਵੀ ਮੇਰੇ ਇੱਕ ਗਵਾਂਢ ਭਾਈ ਬਰਿਆਮ ਸਿੰਘ ਰਹਿੰਦਾ ਹੈਗਾ। ਇਹ ਜਿਹੜਾ ਭਾਈ ਬਰਿਆਮ ਸਿੰਘ ਆ ਇਹ ਵੀ ਦੂਰ ਦਰਾਡੇ ਹਰਿਦੁਆਰ ਜਾਂ ਹੋਰ ਜਗ੍ਹਾ 'ਤੇ ਜਾ ਕੇ ਮਹਾਂਪੁਰਖਾਂ ਦੀ ਸੰਗਤ ਕਰਦਾ ਅਤੇ ਉਹਨਾਂ ਦੇ ਬਚਨ ਬੁਲਾਸ ਸੁਣਦਾ ਹੈਗਾ, ਉਹਨੂੰ ਨਾਲ ਲੈ ਕੇ ਆਵਾਂ। ਸੋ ਭਾਈ ਸੋਹਣ ਸਿੰਘ ਜਿਹੜਾ ਸੀਗਾ ਭਾਈ ਬਰਿਆਮ ਸਿੰਘ ਦੇ ਪਾਸ ਗਿਆ, ਉਹਦੇ ਨਾਲ ਜਾ ਕੇ ਨਾ ਮਹਾਂਪੁਰਖਾਂ ਬਾਰੇ ਜੋ ਗੱਲਬਾਤ ਸੀਗੀ ਬਾਬਾ ਮਹਾਰਨਾਮ ਸੋਹਣਾ ਦੀ ਕੀਤੀ। ਭਾਈ ਬਰਿਆਮ ਸਿੰਘ ਕਹਿਣ ਲੱਗਾ ਵੀ ਚਲੋ ਠੀਕ ਆ, ਜਿਸ ਤਰ੍ਹਾਂ ਤੂੰ ਆਖਦਾ ਹੈਗਾ ਅਗਰ ਮਹਾਂਪੁਰਖ ਇਸ ਤਰ੍ਹਾਂ ਦੇ ਹੈਗੇ ਤਾਂ ਮੈਂ ਦਰਸ਼ਨ ਜ਼ਰੂਰ ਕਰੂੰਗਾ। ਫਿਰ ਅਗਲੇ ਦਿਨ ਦੋਨੇ ਹੈ ਨਾ ਇਕੱਠੇ ਹੋ ਕੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ। ਜਦ ਦਰਸ਼ਨ ਕਰਨ ਆਏ ਤਾਂ ਬਾਬਾ ਜੀ ਨੇ ਫਿਰ ਉਸ ਟਾਈਮ ਭਾਈ ਬਰਿਆਮ ਸਿੰਘ ਦੇ ਮਨ ਦੇ ਵਿੱਚ ਜਿਹੜੇ ਪ੍ਰਸ਼ਨ ਸੀਗੇ, ਜਿਹੜੇ ਉਹਨੇ ਆਪਣੀ ਜ਼ੁਬਾਨ 'ਤੇ ਪ੍ਰਗਟ ਨਹੀਂ ਸੀ ਕੀਤੇ, ਉਹ ਜੋ ਮਨ 'ਚ ਪ੍ਰਸ਼ਨ ਸੀਗੇ ਉਹਨਾਂ ਦੇ ਜਵਾਬ ਜਿਹੜੇ ਸੀਗੇ ਬੜੇ ਸਹਿਜ ਦੇ ਨਾਲ ਜਿਹੜੇ ਸੀਗੇ ਉਹ ਦੇ ਦਿੱਤੇ। ਜਦ ਬਰਿਆਮ ਸਿੰਘ ਨੇ ਆਪਣੇ ਸਵਾਲਾਂ ਦੇ ਜਿਹੜੇ ਪ੍ਰਸ਼ਨ ਸੀਗੇ ਉਹ ਮਹਾਂਪੁਰਖਾਂ ਦੇ ਮੁਖਾਰਬੰਦ ਤੋਂ ਸੁਣਿਆ, ਮਨ ਦੇ ਵਿੱਚ ਬੜਾ ਹੈਰਾਨ ਹੋਇਆ ਕਿ ਮੈਂ ਇੰਨੇ ਤੀਰਥਾਂ 'ਤੇ ਗਿਆ ਕਿ ਸਾਧੂਆਂ ਦੀ ਸੰਗਤ ਕੀਤੀ, ਪਰ ਇਹੋ ਜਿਹਾ ਸਾਧੂ ਤਾਂ ਮੈਂ ਦੇਖਿਆ ਹੀ ਨਹੀਂ ਜਿਹੜਾ ਬਿਨਾਂ ਸਵਾਲ ਤੋਂ ਬਿਨਾਂ ਪ੍ਰਸ਼ਨ ਤੋਂ ਸਾਰੇ ਜਵਾਬ ਦੇ ਗਿਆ ਹੋਵੇ। ਉਸ ਤੋਂ ਬਾਅਦ ਫਿਰ ਭਾਈ ਬਰਿਆਮ ਸਿੰਘ ਜਿਹੜੇ ਸਹੀ ਇਹ ਸੋਹਣ ਸਿੰਘ ਨਾਲ ਮੱਥਾ ਟੇਕ ਕੇ ਵਾਪਸ ਆਏ। ਰਸਤੇ ਵਿੱਚ ਫਿਰ ਭਾਈ ਬਰਿਆਮ ਸਿੰਘ ਨੇ ਸੋਹਣ ਸਿੰਘ ਨੂੰ ਕਿਹਾ ਹੈਗਾ ਕਿ ਇਹ ਜਿਹੜੇ ਸੰਤ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਮੈਨੂੰ ਪ੍ਰਤੀਤ ਹੁੰਦੇ ਆ ਅਤੇ ਆਪਾਂ ਇਹਨਾਂ ਦੀ ਹੁਣ ਸੇਵਾ ਨਹੀਂ ਛੱਡਣੀ ਹੈਗੀ, ਜਿੰਨਾ ਚਿਰ ਸੇਵਾ ਕਰਨੀ ਆ ਬੜੀ ਲਗਨ ਦੇ ਨਾਲ ਕਰਨੀ ਆ। ਇਸ ਤੋਂ ਬਾਅਦ ਫਿਰ ਦੋਨੇ ਜਣੇ ਮਹਾਂਪੁਰਖਾਂ ਵਾਸਤੇ ਜਿਹੜੀ ਸੀ ਉਹ ਦੁੱਧ ਦੀ ਸੇਵਾ ਕਰਦੇ ਰਹੇ। ਉਸ ਤੋਂ ਬਾਅਦ ਫਿਰ ਇੱਕ ਸੰਤ ਦਲ ਸਿੰਘ ਜੀ ਹੋਏ ਜਿਹੜੇ ਨਿਰਮਲੇ ਸਾਧੂ ਹੋਏ ਆ। ਜਦ ਉਹਨਾਂ ਨੂੰ ਵੀ ਸੋਹ ਮਿਲੀ ਮਹਾਂਪੁਰਖਾਂ ਦੀ ਕਿ ਸਾਡੇ ਇਲਾਕੇ ਵਿੱਚ ਇੱਕ ਮਹਾਂਪੁਰਖ ਆਏ ਆ, ਜਦ ਇਹਨਾਂ ਨੇ ਵੀ ਦਰਸ਼ਨ ਕੀਤੇ, ਇਹਨਾਂ ਦਾ ਵੀ ਲਗਾਵ ਜਿਹੜਾ ਸੀ ਸੰਤ ਮਹਾਂਪੁਰਖ ਬਾਬਾ ਮਹਾਰਨਾਮ ਸਿੰਘ ਹੁਣਾਂ ਨਾਲ ਹੋ ਗਿਆ ਸੀਗਾ ਅਤੇ ਇਹਨਾਂ ਨੇ ਵੀ ਜਿਹੜੀ ਸੀ ਦੁੱਧ ਦੀ ਸੇਵਾ ਸ਼ੁਰੂ ਕਰ ਦਿੱਤੀ। ਅਤੇ ਇਹਨਾਂ ਨੇ ਕਈ ਵਾਰੀ ਦੁੱਧ ਇਕੱਠਾ ਕਰਕੇ ਮਹਾਂਪੁਰਖਾਂ ਤੱਕ ਪਹੁੰਚਾਉਣਾ। ਇਸ ਤਰ੍ਹਾਂ ਇਹ ਜਿਹੜੀ ਸੀ ਸੇਵਾ ਕਰਦੇ ਰਹੇ ਅਤੇ ਮਹਾਂਪੁਰਖਾਂ ਦੇ ਨਾਲ ਜਿਹੜੇ ਬਚਨ ਬੁਲਾਸ ਸੀ ਉਹ ਸੁਣਦੇ ਰਹੇ ਅਤੇ ਨਾਲ ਕਰਦੇ ਰਹੇ। ਅਤੇ ਕਦੀ ਕਦੀ ਕਿਸੇ ਪ੍ਰੇਮੀਆਂ ਨੂੰ ਵੀ ਜਿਹੜਾ ਸੀਗਾ ਦੁੱਧ ਦੇ ਕੇ ਮਹਾਂਪੁਰਖਾਂ ਦੀ ਸੇਵਾ 'ਚ ਭੇਜ ਦਿੰਦੇ ਸੀਗੇ। ਇੱਕ ਵਾਰੀ ਸੰਤ ਦਲ ਸਿੰਘ ਹੁਣਾਂ ਨੇ ਇੱਕ ਅਰਜਨ ਸਿੰਘ ਘੋਟਣਾ ਸੀਗਾ ਉਹਨੂੰ ਦੁੱਧ ਦੇ ਕੇ ਮਹਾਂਪੁਰਖਾਂ ਦੀ ਸੇਵਾ ਵਾਸਤੇ ਰੂਮੀ ਭੇਜ ਦਿੱਤਾ। ਜਦ ਉਹ ਆਇਆ ਤਾਂ ਉਹਨੇ ਕੀ ਦੇਖਿਆ ਕਿ ਜਿੱਥੇ ਬਾਬਾ ਜੀ ਜਿਹੜੇ ਸੀਗੇ ਉਹ ਆਸਣ 'ਤੇ ਬੈਠੇ ਸੀਗੇ, ਸਾਹਮਣੇ ਇੱਕ ਪਹਿਰੇਦਾਰ ਖੜਾ ਸੀਗਾ ਅਤੇ ਬਾਬਾ ਜੀ ਨੇ ਪਹਿਰੇਦਾਰ ਨੂੰ ਹਦਾਇਤ ਦਿੱਤੀ ਸੀ ਕਿ ਬਿਨਾਂ ਆਗਿਆ ਤੋਂ ਕੋਈ ਵੀ ਆਦਮੀ ਜਿਹੜਾ ਕੁਟੀਆ ਦੇ ਵਿੱਚ ਨਾ ਆਵੇ। ਸੋ ਇਹ ਜਿਹੜਾ ਅਰਜਨ ਸਿੰਘ ਘੋਟਣਾ ਸੀਗਾ ਇਹ ਬਾਹਰ ਦੁੱਧ ਲੈ ਕੇ ਬੈਠਾ ਰਿਹਾ। ਜਦ ਬੈਠਾ ਰਿਹਾ ਬੈਠੇ ਫਿਰ ਮਨ ਦੇ ਵਿੱਚ ਇਹਦੇ ਖਿਆਲ ਆਇਆ ਕਿ ਅੱਜ ਹਵਾ ਬੜੀ ਸੋਹਣੀ ਵਗਦੀ ਆ ਅਤੇ ਕਣਕ ਦੇ ਵਾਢੀਆਂ ਦੇ ਦਿਨ ਵਾ ਅਤੇ ਦਾਣੇ ਕੱਢਣ ਦਾ ਟਾਈਮ ਹੈਗਾ ਅਤੇ ਅਗਰ ਮਹਾਂਪੁਰਖ ਬਾਹਰ ਆ ਜਾਣ ਅਤੇ ਛੇਤੀ ਦੇਣੀ ਦੁੱਧ ਛਕ ਲੈਣ, ਮੈਂ ਜਾ ਕੇ ਕਣਕ ਦੇ ਦਾਣੇ ਜਿਹੜੇ ਆ ਉਹ ਅਲੱਗ ਕਰਾਂ ਅਤੇ ਤੂੜੀ ਜਿਹੜੀ ਆ ਉਹ ਅਲੱਗ ਕਰਦੇ ਹਾਂ ਅਤੇ ਇਸ ਤਰ੍ਹਾਂ ਘਰ ਦਾ ਕੰਮ ਸਾਰਾ ਜਿਹੜਾ ਉਹ ਨਿਪਟਾ ਲਵਾਂ। ਇਹ ਜਿਹੜੀ ਸੋਚ ਸੀਗੀ ਇਹ ਸੋਚ ਅਰਜਨ ਸਿੰਘ ਘੋਟਣਾ ਦੇ ਮਨ ਦੇ ਵਿੱਚ ਜਿਹੜੀ ਸੀ ਉਹ ਚੱਲਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ਕਰਦੇ ਕਰਦੇ ਜਦੋਂ ਇਹਦਾ ਮਨ ਕਾਹਲਾ ਪਿਆ ਵੀ ਮੈਂ ਕਿਹੜੀ ਘੜੀ ਜਾ ਕੇ ਘਰ ਪਹੁੰਚਾਂ ਅਤੇ ਫਟਫਟ ਦਾਣੇ ਅਤੇ ਤੂੜੀ ਅਲੱਗ ਕਰਾਂ, ਪਰ ਇਸ ਤਰ੍ਹਾਂ ਕਰਦੇ ਜਦ 1 ਘੰਟਾ ਬੈਠਾ ਰਿਹਾ ਅਤੇ ਜਦੋਂ ਇਹਦਾ ਮਨ ਕਾਹਲਾ ਹੋ ਗਿਆ ਉੱਧਰੋਂ ਮਹਾਂਪੁਰਖ ਜਿਹੜੇ ਸੀਗੇ ਆਪਣੀ ਕੁਟੀਆ ਵਿੱਚ ਉੱਠ ਕੇ ਬਾਹਰ ਆ ਗਏ। ਜਦ ਬਾਹਰ ਆਏ ਅਤੇ ਬਾਹਰ ਆਉਂਦੇ ਕੀ ਦੇਖਿਆ ਕਿ ਜਿਹੜਾ ਭਾਈ ਅਰਜਨ ਸਿੰਘ ਘੋਟਣਾ ਹੈਗਾ ਇਹ ਘਰ ਜਾਣ ਵਾਸਤੇ ਬੜਾ ਕਾਹਲਾ ਹੈਗਾ, ਪਰ ਜਿਉਂ ਮਹਾਂਪੁਰਖ ਜਿਹੜੇ ਸੀਗੇ ਇਹਦੇ ਸਾਹਮਣੇ ਆਏ ਅਤੇ ਉਸ ਟਾਈਮ ਕੀ ਹੋਇਆ ਜਿਹੜੀ ਹਵਾ ਚੱਲਣੀ ਉਹ ਬੰਦ ਹੋ ਗਈ। ਜਦ ਹਵਾ ਚੱਲਣੀ ਬੰਦ ਹੋ ਗਈ ਅਤੇ ਯਕਦਮ ਹੁੰਮ ਹੋ ਗਿਆ, ਗਰਮੀ ਹੋ ਗਈ। ਫਿਰ ਭਾਈ ਅਰਜਨ ਸਿੰਘ ਜੀ ਦੇ ਮਨ ਦੇ ਵਿੱਚ ਜੋ ਖਿਆਲ ਸੀਗਾ ਕਿ ਮੈਂ ਜਲਦੀ ਘਰ ਪਹੁੰਚਾਂ, ਪਰ ਹੁਣ ਹਵਾ ਬੰਦ ਹੋ ਗਈ, ਉਹ ਜਿਹੜੇ ਸਾਰੇ ਫੁਰਨੇ ਅੰਦਰ ਚੱਲਦੇ ਸੀ ਉਹ ਸਾਰੇ ਬੰਦ ਹੋ ਗਏ। ਅਤੇ ਬਾਬਾ ਜੀ ਹੱਸ ਕੇ ਉਹਨੂੰ ਕਹਿਣ ਲੱਗੇ, ਕਹਿੰਦੇ ਭਾਈ ਤੈਨੂੰ ਤਾਂ ਘਰ ਜਾਣ ਦੀ ਬੜੀ ਜਲਦੀ ਸੀਗੀ, ਤੂੰ ਹੁਣ ਘਰ ਕਿਉਂ ਨਹੀਂ ਜਾਂਦਾ ਹੈਗਾ। ਜਦ ਇੰਨੀ ਗੱਲ ਹੋਈ ਹੈ ਅਤੇ ਫਿਰ ਅਰਜਨ ਸਿੰਘ ਜਿਹੜਾ ਘੋਟਣਾ ਸੀ ਕਹਿਣ ਲੱਗਾ, ਕਹਿੰਦੇ ਮਹਾਂਪੁਰਖੋ ਗੱਲ ਤਾਂ ਤੁਹਾਡੀ ਠੀਕ ਸੀ, ਪਹਿਲਾਂ ਹਵਾ ਬੜੀ ਸੋਹਣੀ ਵਗਦੀ ਸੀ ਅਤੇ ਹੁਣ ਜਿਹੜੀ ਆ ਉਹ ਹਵਾ ਬੰਦ ਹੋ ਗਈ ਆ। ਅਤੇ ਮਹਾਂਪੁਰਖ ਕਹਿਣ ਲੱਗੇ ਅੱਛਾ ਅਗਰ ਹਵਾ ਬੰਦ ਹੋ ਗਈ ਆ ਤਾਂ ਫਿਰ ਹੁਣ ਦੱਸ ਤੂੰ ਘਰ ਜਾਣਾ ਕਿ ਇੱਥੇ ਸੇਵਾ ਕਰਨੀ ਆ। ਉਹ ਕਹਿਣ ਲੱਗਾ ਕਿ ਚਿੱਤ ਤਾਂ ਮੇਰਾ ਕਰਦਾ ਸੀ ਕਿ ਹਵਾ ਇੰਨੀ ਵਧੀਆ ਵਗਦੀ ਆ ਅਤੇ ਮੈਂ ਜਾ ਕੇ ਦਾਣੇ ਅਤੇ ਤੂੜੀ ਅਲੱਗ ਕਰ ਲਿਆ, ਪਰ ਹੁਣ ਹਵਾ ਬੰਦ ਹੋ ਗਈ ਹੈ, ਹੁਣ ਮੈਂ ਕੀ ਕਰ ਸਕਦਾ ਹੈਗਾ। ਪਰ ਇੰਨਾ ਜ਼ਰੂਰ ਹੈਗਾ ਕਿ ਹਵਾ ਅਗਰ ਚੱਲਦੀ ਰਹੀ ਤਾਂ ਜਿਹਦੇ ਨਾਲ ਕਈ ਜਿਹੜੇ ਕਿਸਾਨ ਜ਼ਿਮੀਂਦਾਰ ਹੈਗੇ ਉਹ ਆਪਣੀ ਕਣਕ ਤੂੜੀ ਬਣਾ ਸਕਦੇ। ਜਦ ਇਹ ਗੱਲ ਹੋਈ ਤਾਂ ਮਹਾਂਪੁਰਖ ਇਹਦੀ ਜਿਹੜੀ ਇਹ ਗੱਲ ਸੁਣ ਕੇ ਥੋੜ੍ਹਾ ਮੁਸਕਰਾ ਕੇ ਬਾਬਾ ਮਹਾਰਨਾਮ ਸੋਹਣੀ ਕਹਿਣ ਲੱਗੇ, ਕਹਿੰਦੇ ਜਾ ਭਾਈ ਤੂੰ ਇੱਦਾਂ ਕਰ, ਹੁਣ ਘਰ ਚਲਾ ਜਾ, ਜਦੋਂ ਤੂੰ ਘਰ ਜਾਊਂਗਾ ਹਵਾ ਜਿਹੜੀ ਉਹ ਆਪਣੇ ਆਪ ਹੀ ਚੱਲ ਪਊਗੀ ਅਤੇ ਤੂੰ ਆਪਣੇ ਦਾਣੇ ਅਤੇ ਤੂੜੀ ਅਲੱਗ ਕਰ ਲੈ।
ਦੇਖੋ ਜਦ ਘਰ ਪਹੁੰਚਿਆ ਹੈਗਾ, ਉਸ ਤੋਂ ਬਾਅਦ ਹਵਾ ਫਿਰ ਚੱਲਣ ਲੱਗ ਪਈ। ਫਿਰ ਭਾਈ ਅਰਜਨ ਸਿੰਘ ਘੁੱਟ ਨੇ ਜਿਹੜਾ ਸੀਗਾ ਆਪਣੇ ਦਾਣੇ ਤੇ ਤੂੜੀ ਦਾ ਕੰਮ ਜਿਹੜਾ ਸੀਗਾ ਉਹ ਨਾਲ ਸਾਂਭ ਲਿਆ ਸੀਗਾ। ਇਸ ਤਰ੍ਹਾਂ ਮਹਾਂਪੁਰਖ ਨਾ ਇੱਕ ਭਜਨ ਸੁਣਾਉਂਦੇ ਹੁੰਦੇ ਸੀ ਸੰਗਤਾਂ ਨੂੰ। ਬਾਬਾ ਮਹਾਹਰਨਾਮ ਸਿੰਘ ਹੁਣੀ ਇੱਕ ਵਾਰੀ ਉਹਨੇ ਬੜਾ ਇੱਕ ਸੁੰਦਰ ਬਚਨ ਸੰਗਤਾਂ ਨੂੰ ਸੁਣਾਇਆ। ਉਹ ਕਹਿਣ ਲੱਗੇ ਕਿ ਇੱਕ ਵਾਰੀ ਕੀ ਹੋਇਆ, ਕਹਿੰਦੇ ਵੀ ਇੱਕ ਜਗ੍ਹਾ ਜਦੋਂ ਅਸੀਂ ਤੱਕ ਬੈਠੇ ਸੀ ਕਿ ਇੱਕ ਸ਼ਿਕਾਰੀ ਸ਼ਿਕਾਰ ਖੇਡਦਾ ਸਾਡੇ ਪਾਸ ਆ ਗਿਆ। ਜਦ ਕਹਿੰਦੇ ਪਾਸ ਆਇਆ ਤੇ ਉਹ ਕਈ ਚਿਰ ਆ ਕੇ ਸਾਡੇ ਕੋਲ ਬੈਠਾ ਰਿਹਾ, ਤੇ ਜਦੋਂ ਸ਼ਿਕਾਰੀ ਬੈਠਾ ਰਿਹਾ ਉਹਦਾ ਮਨ ਜਿਹੜਾ ਸੀ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ। ਮਨ ਵਿੱਚ ਨੇ ਸੋਚਿਆ ਕਿ ਇਹ ਜਿਹੜੇ ਸਾਧੂ ਆ ਕੋਈ ਪੂਰਨ ਸਾਧੂ ਲੱਗਦੇ ਆ। ਪਰ ਸ਼ਿਕਾਰੀ ਨੂੰ ਭੁੱਖ ਲੱਗੀ ਸੀ, ਉਹਨੇ ਮਹਾਂਪੁਰਖਾਂ ਤੋਂ ਜਿਹੜਾ ਪ੍ਰਸ਼ਾਦਾ ਮੰਗ ਲਿਆ। ਕਹਿੰਦੇ ਮਹਾਂਪੁਰਖੋ ਮੈਨੂੰ ਥੋੜ੍ਹਾ ਪ੍ਰਸ਼ਾਦਾ ਛਕਾ ਦਿਓ, ਰੋਟੀ ਪਾਣੀ ਛਕਾ ਦਿਓ। ਬਾਬਾ ਜੀ ਉਹਦੀ ਜਿਹੜੀ ਸੀ ਇਹ ਗੱਲ ਸੁਣ ਕੇ ਜਿਹੜੇ ਸੀਗੇ ਉਹ ਥੋੜ੍ਹਾ ਜਿਹਾ ਮੁਸਕਰਾ ਕੇ ਮਹਾਂਪੁਰਖਾਂ ਨੇ ਕੱਪੜੇ ਥੱਲੇ ਹੱਥ ਮਾਰਿਆ, ਤਾਜ਼ੀਆਂ ਰੋਟੀਆਂ ਅਤੇ ਸਬਜ਼ੀ ਸਾਰੀ ਚੀਜ਼ ਉਹਦੇ ਮੂਹਰੇ ਲਿਆ ਕੇ ਰੱਖ ਦਿੱਤੀ। ਉਹ ਮਨ 'ਚ ਹੋਇਆ ਕਿ ਮਹਾਂਪੁਰਖਾਂ ਨੇ ਤਾਜ਼ੀਆਂ ਰੋਟੀਆਂ, ਦਾਲ, ਸਬਜ਼ੀ, ਇਹ ਸਾਰਾ ਕੁਛ ਜਿਹੜਾ ਹੈਗਾ ਉਹ ਪਹਿਲਾਂ ਲੁਕੋ ਕੇ ਰੱਖਿਆ ਹੈ। ਪਰ ਸੁਣਿਆ ਹੈਗਾ ਕਿ ਕਾਫੀ ਚਿਰ ਹੋ ਗਿਆ ਮਹਾਂਪੁਰਖ ਪ੍ਰਸ਼ਾਦਾ ਰੋਟੀ ਪਾਣੀ ਛਕਦੇ ਨੇਗੇ, ਕਿੱਥੋਂ ਆ ਗਿਆ। ਖੈਰ ਉਹ ਜਿਹੜਾ ਕਹਿੰਦੇ ਸ਼ਿਕਾਰੀ ਸੀਗਾ, ਉਹਨੇ ਜਦ ਪ੍ਰਸ਼ਾਦਾ ਰੋਟੀ ਪਾਣੀ ਖਾਧਾ, ਛਕਣ ਤੋਂ ਬਾਅਦ ਉਹ ਇੰਨਾ ਪ੍ਰਸੰਨ ਹੋਇਆ, ਮਨ 'ਚ ਸੋਚਿਆ ਕਿ ਲੱਗਦਾ ਇਹ ਸਾਰੀ ਜਿਹੜੀ ਜੋ ਕਰਾਮਾਤ ਹੈਗੀ ਪ੍ਰਸ਼ਾਦੇ ਦੀ, ਇਹ ਮਹਾਂਪੁਰਖਾਂ ਦੇ ਨੇ ਦਰਗਾਹੀ ਪ੍ਰਸ਼ਾਦਾ ਲਿਆ ਕੇ ਜਿਹੜਾ ਮੈਨੂੰ ਛਕਾਇਆ ਹੈਗਾ। ਇਹ ਦੇਖ ਕੇ ਆਪਣੇ ਮਨ ਦੀ ਜਿਹੜੀ ਹੈ ਹੋਰ ਭਰਮ ਜਾਂ ਖੋਜ ਵਾਸਤੇ ਉਹ ਉੱਥੇ ਹੀ ਬੈਠਾ ਰਿਹਾ। ਬੈਠੇ ਤੜਕੇ ਦੇ 3 ਵਜੇ ਜਦ ਵੱਜੇ ਤਾਂ ਮਹਾਂਪੁਰਖ ਕੁਦਰਤੀ ਜੰਗਲ ਪਾਣੀ ਗਏ। ਇਹ ਵੀ ਪਿੱਛੇ ਤੁਰ ਪਿਆ। ਜਦ ਜੰਗਲ ਪਾਣੀ ਪਿੱਛੇ ਤੁਰਿਆ ਤੇ ਇਹਨੇ ਕੀ ਦੇਖਿਆ, ਮਹਾਂਪੁਰਖ ਤੁਰੇ ਜਾਂਦੇ ਆ। ਉਸ ਤੋਂ ਬਾਅਦ ਮਹਾਂਪੁਰਖ ਦਿਸਣੋਂ ਲੋਪ ਹੋ ਗਿਆ ਤੇ ਇੱਕ ਕੁੱਕੜ ਨਜ਼ਰ ਆਇਆ। ਜਦੋਂ ਜੰਗਲੀ ਕੁੱਕੜ ਨਜ਼ਰ ਆਇਆ ਤੇ ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਵੀ ਸੀਗੇ ਤਾਂ ਮਹਾਂਪੁਰਖ ਹੀ, ਪਰ ਹੁਣ ਆਪਣਾ ਰੂਪ ਜਿਹੜਾ ਹੈ ਉਹ ਬਟਾ ਲਿਆ ਇਹਨਾਂ ਨੇ। ਖੈਰ ਉਸ ਤੋਂ ਬਾਅਦ ਫਿਰ ਕੁੱਕੜ ਤੋਂ ਬਾਅਦ ਫਿਰ ਇੱਕ ਇਨਸਾਨ ਨਜ਼ਰ ਆ ਗਿਆ। ਜਦ ਇੱਕ ਦੇਵ ਪੁਰਸ਼ ਜਿਹੜਾ ਸੀ ਇਹਨੇ ਦੇਖੇ ਅੱਖਾਂ ਦੇ ਨਾਲ, ਮਨ 'ਚ ਹੋਰ ਵੀ ਜਿਹੜੀ ਮਹਾਂਪੁਰਖਾਂ ਦੇ ਪ੍ਰਤੀ ਜਿਹੜਾ ਸਤਿਕਾਰ ਇਸ ਸ਼ਿਕਾਰੀ ਦੇ ਮਨ 'ਚ ਆ ਗਿਆ ਕਿ ਮਹਾਂਪੁਰਖਾਂ ਨੇ ਆਪਣਾ ਰੂਪ ਕੁੱਕੜ ਤੋਂ ਦੇਵ ਪੁਰਖ ਦੇ ਵਿੱਚ ਬਦਲ ਲਿਆ ਹੈਗਾ। ਉਸ ਤੋਂ ਬਾਅਦ ਮਹਾਂਪੁਰਖ ਜਿਹੜੇ ਸੀਗੇ ਉਹ ਜੰਗਲ ਪਾਣੀ ਜਦ ਹੋਣ ਚਲੇ ਗਏ ਤੇ ਇਹ ਇੱਕ ਦਰੱਖਤ ਦੇ ਨਾਲ ਢੋਹ ਲਾ ਕੇ ਬੈਠ ਗਿਆ। ਜਦ ਬੈਠੇ ਥੋੜ੍ਹੇ ਚਿਰ ਬਾਅਦ ਇੱਕ ਸ਼ੇਰ ਗਰਜਨ ਦੀ ਆਵਾਜ਼ ਆਈ। ਜਦ ਆਵਾਜ਼ ਆਈ ਤੇ ਇਹ ਸ਼ਿਕਾਰੀ ਬਿਲਕੁਲ ਨਹੀਂ ਡਰਿਆ ਤੇ ਇਹਨੇ ਮਨ 'ਚ ਸਮਝ ਲਿਆ ਕਿ ਜਿਵੇਂ ਮਹਾਂਪੁਰਖ ਪਹਿਲਾਂ ਕੁੱਕੜ ਬਣ ਗਏ ਸੀਗੇ, ਫਿਰ ਉਸ ਤੋਂ ਬਾਅਦ ਦੇਵ ਪੁਰਸ਼ ਦਾ ਰੂਪ ਜਿਹੜਾ ਸੀਗਾ ਉਹਦੇ ਮੈਨੂੰ ਦਰਸ਼ਨ ਕਰਾਏ ਜਾ। ਹੁਣ ਲੱਗਦਾ ਕਿ ਮਹਾਂਪੁਰਖ ਆਪ ਹੀ ਸ਼ੇਰ ਬਣ ਕੇ ਜਿਹੜਾ ਹੈਗਾ ਉਹ ਮੈਨੂੰ ਇਸ ਭਰਮ ਭੁਲੇਖੇ ਵਿੱਚ ਪਾ ਰਿਹਾ। ਪਰ ਇਹਨੇ ਜਿਉਂ ਹੀ ਸ਼ੇਰ ਨੂੰ ਸਾਹਮਣੇ ਤੱਕਿਆ ਤੇ ਇਸੇ ਸ਼ਿਕਾਰੀ ਨੇ ਜਿਹੜੇ ਹੱਥ ਜੋੜ ਦਿੱਤੇ ਸ਼ੇਰ ਦੇ ਅੱਗੇ। ਜਦ ਹੱਥ ਜੋੜ ਦਿੱਤੇ ਤੇ ਸ਼ੇਰ ਦੀ ਗਰਜਨਾ ਦੇ ਨਾਲ ਹੀ ਜਦ ਸ਼ੇਰ ਨੇ ਸ਼ਿਕਾਰੀ ਦੇ ਨਾਲ ਪੰਜਾ ਮਾਰਿਆ ਤੇ ਪੰਜਾ ਛੂਹਦੇ ਸਾਰ ਹੀ ਫਿਰ ਜਿਹੜੇ ਮਹਾਂਪੁਰਖ ਸੀ ਆਪਣੇ ਅਸਲੀ ਰੂਪ 'ਚ ਆ ਗਏ। ਕਹਿਣ ਲੱਗੇ, ਕਹਿੰਦੇ ਭਾਈ ਤੇਰੀ ਜਿਹੜੀ ਦੇਖਣ ਦੀ ਤਾਕਤ ਹੈ, ਸਾਨੂੰ ਪਛਾਣਨ ਦੀ ਤਾਕਤ, ਉਹ ਇਸ ਕਰਕੇ ਕਿ ਤੈਂ ਪਿਛਲੇ ਜਨਮ ਦੇ ਵਿੱਚ ਨਿਤ ਨੇ ਬਹੁਤ ਕੀਤਾ, ਪਰ ਕਿਸੇ ਗਲਤੀ ਦੇ ਕਾਰਨ ਜਿਹੜਾ ਸੀਗਾ ਤੈਨੂੰ ਜਿਹੜਾ ਜਨਮ ਸ਼ਿਕਾਰੀ ਦਾ ਪ੍ਰਾਪਤ ਹੋ ਗਿਆ, ਇੱਕ ਬੱਧਕ ਦਾ ਜਨਮ ਤੈਨੂੰ ਮਿਲਿਆ ਹੈਗਾ। ਸੋ ਮਹਾਂਪੁਰਖਾਂ ਨੇ ਉਹਨੂੰ ਇਹ ਜਿਹੜੇ ਸੀ ਬਾਅਦ 'ਚ ਦੱਸਿਆ। ਕਹਿੰਦੇ ਭਾਈ ਜਿਹੜਾ ਤੂੰ ਸ਼ਿਕਾਰ ਦੇ ਵਾਸਤੇ ਇੰਨਾ ਸਮਾਂ ਖਰਾਬ ਕਰਦਾ ਇਹ ਸਮਾਂ ਜਿਹੜਾ ਹੈਗਾ ਹੁਣ ਸ਼ਿਕਾਰ ਕਰਨਾ ਛੱਡ ਦੇ। ਇਹ ਸਮਾਂ ਜਿਹੜਾ ਹੈਗਾ ਪੁਰਾਤਨ ਸਮੇਂ ਵਾਂਗੂ, ਪਿਛਲੇ ਜਨਮ ਵਾਂਗੂ ਨਿਤਨੇਮ ਦੇ ਵਿੱਚ ਗੁਜ਼ਾਰ। ਫਿਰ ਦੇਖੋ ਉਹ ਸ਼ਿਕਾਰੀ ਜਿਹੜਾ ਸੀਗਾ ਫਿਰ ਮਹਾਂਪੁਰਖਾਂ ਤੋਂ ਦੀਕਸ਼ਾ ਲੈ ਕੇ ਫਿਰ ਨਿਤਨੇਮ ਕਰਨ ਲੱਗਾ। ਉਸ ਤੋਂ ਬਾਅਦ ਫਿਰ ਉਹਦੀ ਜਿਹੜੀ ਸੁਰਤ ਸੀਗੀ ਛੇਤੀ ਚੜ੍ਹਦੀ ਕਲਾ ਦੇ ਵਿੱਚ ਹੋ ਗਈ ਸੀ। ਸੋ ਅਗਲਾ ਪ੍ਰਸੰਗ ਸੰਤ ਬਾਬਾ ਨਾਨਸੋ ਹੋਣਾ ਨੇ ਤੇ ਹੋਰ ਸੰਗਤ ਦੇ ਕਈ ਪ੍ਰੇਮੀਆਂ ਨੇ ਸਾਂਝਾ ਕੀਤਾ ਸੀਗਾ। ਉਹਦੇ ਵਿੱਚ ਮਹਾਂਪੁਰਖਾਂ ਨੇ ਦੱਸਿਆ ਸੀਗਾ ਕਿ ਜਦੋਂ ਮਹਾਂਪੁਰਖ 10 ਸਾਲ ਰੂਮੀ ਰਹੇ ਆ, ਉਸ ਤੋਂ ਬਾਅਦ ਫਿਰ ਜਿਹੜੇ ਮਹਾਂਪੁਰਖ ਸੀਗੇ ਇਹ ਭੁੱਜੋਂ ਕਲਾਂ ਸੇਵਕਾਂ ਦਾ ਥਾਹ ਪ੍ਰੇਮ ਦੇਖ ਕੇ ਮਨ ਦੇ ਵਿੱਚ ਵਿਚਾਰ ਆਈ ਕਿ ਸਾਨੂੰ ਹੁਣ ਇਹ ਅਸਥਾਨ ਜਿਹੜਾ ਇਹ ਬਦਲ ਲੈਣਾ ਚਾਹੀਦਾ। ਜਦੋਂ ਫਿਰ ਮਹਾਂਪੁਰਖਾਂ ਦੇ ਮਨ 'ਚ ਮੌਜ ਆਈ ਤੇ ਸੇਵਕਾਂ ਦੇ ਬਹੁਤ ਕਹਿਣ ਦੇ ਉੱਤੇ ਮਹਾਂਪੁਰਖਾਂ ਨੇ ਫਿਰ ਇੱਕ ਦਿਨ ਜਿਹੜਾ ਸੀਗਾ ਇਹ ਆਪਣਾ ਨਿਸ਼ਚਾ ਕੀਤਾ। ਉਸ ਦਿਨ ਲੋਹੜੀ ਦਾ ਦਿਨ ਸੀਗਾ ਤੇ ਥੋੜ੍ਹਾ ਜਿਹੜਾ ਸੀ ਬਾਰਿਸ਼ ਹੋ ਰਹੀ ਸੀ। ਸੋ ਸ਼ਾਮ ਦਾ ਟਾਈਮ ਮਹਾਂਪੁਰਖਾਂ ਨੇ ਖੇਸੀ ਦਾ ਝੁੰਬ ਮਾਰ ਕੇ ਇੱਧਰ ਪੁੱਛੋ ਕਲਾਂ ਇੱਧਰ ਨੂੰ ਆ ਗਏ। ਜਦ ਆ ਗਏ ਤੇ ਇੱਥੇ ਇੱਕ ਬੜਾ ਟਿੱਬਾ ਸੀਗਾ। ਟਿੱਬੇ ਦੇ ਪਿਛਲੇ ਪਾਸੇ ਇੱਕ ਬੇਰੀ ਸੀਗੀ। ਬੇਰੀ ਦੇ ਥੱਲੇ ਆ ਕੇ ਮਹਾਂਪੁਰਖ ਨੇ ਆਸਣ ਲਾ ਲਿਆ। ਜਦ ਬੇਰੀ ਦੇ ਥੱਲੇ ਆਸਣ ਲਾਇਆ ਤੇ ਕੁਦਰਤੀ ਇੱਕ ਭਾਈ ਨੱਥੂ ਸਿੰਘ ਬੱਕਰੀਆਂ ਵਾਲਾ ਜਦ ਉੱਥੋਂ ਦੀ ਬੱਕਰੀਆਂ ਲੈ ਕੇ ਗਿਆ, ਉਹਦੀ ਨਜ਼ਰ ਜਿਹੜੀ ਸੀ ਮਹਾਂਪੁਰਖਾਂ ਦੇ ਉੱਤੇ ਪੈ ਗਈ। ਉਹਨੇ ਸੰਤ ਮਹਾਂਪੁਰਖ ਬਾਬਾ ਮਹਾਹਰਨਾਮ ਸਿੰਘ ਨੂੰ ਪਛਾਣ ਲਿਆ। ਜਦ ਪਛਾਣ ਲਿਆ ਤਾਂ ਉਹਨੂੰ ਬੱਕਰੀਆਂ ਭੁੱਲ ਗਈਆਂ। ਉਹ ਦੌੜ ਕੇ ਜਾ ਕੇ ਜਿਹੜੇ ਭੁੱਚੋ ਕਲਾ ਜਿਹੜੇ ਸੇਵਕ ਸੀਗੇ ਉਹਨਾਂ ਦੇ ਪਾਸ ਦੱਸਣ ਚਲੇਗਾ ਕਿ ਮਹਾਂਪੁਰਖ ਜਿਹੜੇ ਹੈਗੇ ਆ ਉਹ ਆਪਣੇ ਇਲਾਕੇ ਵਿੱਚ ਆ ਗਏ ਆ। ਦੇਖੋ ਜਦ ਇਹ ਖਬਰ ਜਿਹੜੀ ਸੀ ਇਸ ਇਲਾਕੇ ਦੇ ਪ੍ਰੇਮੀਆਂ ਨੂੰ ਪਈ
ਤੇ ਇਹਨਾਂ ਪ੍ਰੇਮੀਆਂ ਦੇ ਵਿੱਚੋਂ ਭਾਈ ਬਰਿਆਮ ਸਿੰਘ, ਸੋਹਣ ਸਿੰਘ ਤੇ ਬਾਬਾ ਦਲ ਸਿੰਘ ਜੀ, ਇਹ ਜਿਹੜੇ ਹੋਰ ਵੀ ਕਈ ਪ੍ਰੇਮੀ ਸੀ, ਇਹ ਬਹੁਤ ਸਾਰੇ ਇਕੱਠੇ ਹੋ ਕੇ ਨਾ ਮਹਾਂਪੁਰਖਾਂ ਦੇ ਕੋਲ ਆ ਗਏ। ਜਦ ਕੋਲ ਆ ਗਏ ਇੱਥੇ ਮੱਥਾ ਟੇਕਿਆ ਤੇ ਦਰਸ਼ਨ ਕਰਕੇ ਬੜੇ ਨਿਹਾਲ ਹੋਏ। ਨਿਹਾਲ ਹੋਣ ਤੋਂ ਬਾਅਦ ਪਹਿਲਾਂ ਸਾਰਿਆਂ ਨੇ ਮਨ ਦੇ ਵਿੱਚ ਸਲਾਹ ਕੀਤੀ ਵੀ ਕਿਉਂ ਨਾ ਪਹਿਲਾਂ ਮਹਾਂਪੁਰਖਾਂ ਵਾਸਤੇ ਨਾ ਇੱਥੇ ਇੱਕ ਝੌਂਪੜੀ ਬਣਾਈ ਜਾਵੇ ਛੋਟੀ ਜਿਹੀ। ਸੋ ਸਾਰੀ ਸੰਗਤ ਨੇ ਸਲਾਹ ਕਰਕੇ ਇੱਕ ਛੋਟੀ ਜਿਹੜੀ ਝੌਂਪੜੀ ਜਿਹੜੀ ਸੀ ਮਹਾਂਪੁਰਖਾਂ ਵਾਸਤੇ ਤਿਆਰ ਕਰ ਦਿੱਤੀ। ਤੇ ਕਈ ਜਿਹੜੇ ਪ੍ਰੇਮੀ ਸੀ ਮੰਜਾ, ਬਿਸਤਰਾ ਤੇ ਕਈ ਹੋਰ ਸਮਾਨ ਲੈਣ ਘਰਾਂ ਵਾਸਤੇ ਚਲ ਗਏ। ਤੇ ਬਾਬਾ ਮਾਹਰ ਨਾਮ ਸੋਹਣਾ ਨੇ ਜਿਹੜੀ ਇੱਕ ਖੇਸੀ ਲਈ ਸੀ, ਜਿਹੜੀ ਮੀਂਹ ਦੇ ਨਾਲ ਗਿੱਲੀ ਹੋ ਗਈ ਸੀ ਲੋਹੜੀ ਵਾਲੇ ਦਿਨ, ਉਹ ਜਿਹੜੀ ਖੇਸੀ ਸੀ ਉਹਦੀ ਜਗ੍ਹਾ ਇੱਕ ਵਧੀਆ ਖੇਸੀ ਜਿਹੜੀ ਸੀ ਕਿਸੇ ਸੱਜਣ ਨੇ ਬਾਬਾ ਜੀ ਨੂੰ ਫੜਾਤੀ ਤੇ ਮਹਾਂਪੁਰਖਾਂ ਨੂੰ ਉਹ ਸੁੱਕੀ ਜਿਹੜੀ ਖੇਸੀ ਸੀਗੀ ਉਹ ਦੇ ਦਿੱਤੀ। ਇਸ ਤੋਂ ਬਾਅਦ ਮਹਾਂਪੁਰਖਾਂ ਨੇ ਜਦੋਂ ਕੁਟੀਆ ਤਿਆਰ ਹੋਈ, ਇਸ ਕੁਟੀਆ ਦੇ ਵਿੱਚ ਤਕਰੀਬਨ 1.5 ਮਹੀਨਾ ਨਾ ਬਾਬਾ ਜੀ ਜਿਹੜੇ ਬੈਠੇ ਰਹੇ। ਬਾਬਾ ਜੀ ਦਾ ਆਉਣਾ ਸੁਣ ਕੇ ਆਲੇ ਦੁਆਲੇ ਜਿਹੜੀਆਂ ਸੰਗਤਾਂ ਸੀਗੀਆਂ, ਹੋਰ ਪ੍ਰੇਮੀ ਜਿਹੜੇ ਸੀ ਉਹ ਵੀ ਆਉਣ ਲੱਗ ਪਏ। ਜਦ ਪ੍ਰੇਮੀ ਆਉਣ ਲੱਗ ਪਏ ਤੇ ਇੱਥੇ ਟਿੱਬੇ ਦੇ ਉੱਤੇ ਜਿਹੜਾ ਸੀਗਾ ਇੱਕ ਕੋਠਾ ਸੀ ਕਿਸੇ ਦਾ, ਜੋ ਪੁਰਾਣਾ ਜਿਹੜਾ ਉਹ ਮੱਝਾਂ ਦਾ ਬੰਨਣ ਵਾਸਤੇ ਤਿਆਰ ਕੀਤਾ ਸੀਗਾ। ਇੱਕ ਦਿਨ ਸੰਗਤ ਨੇ ਕਿਹਾ, ਮਹਾਂਪੁਰਖੋ ਵੀ ਇਹ ਜਿਹੜਾ ਟਿੱਬੇ ਦੇ ਉੱਤੇ ਕੋਠਾ ਹੈਗਾ, ਜੇ ਤੁਸੀਂ ਕਹੋ ਤਾਂ ਅਸੀਂ ਇਹ ਕੋਠਾ ਨਾ ਸਾਫ਼ ਕਰਕੇ ਤੁਹਾਡਾ ਜਿਹੜਾ ਆਸਣ ਹੈ ਇਸ ਕੋਠੇ ਦੇ ਅੰਦਰ ਕਰ ਦਿੰਦੇ ਹਾਂ। ਜਦ ਇਹ ਜਿਹੜਾ ਸੀਗਾ ਸੰਗਤ ਨੇ ਬੇਨਤੀ ਦੇ ਰੂਪ 'ਚ ਮਹਾਂਪੁਰਖਾਂ ਨੂੰ ਕਿਹਾ ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਸ਼ੁੱਧ ਹੈ। ਜਦ ਬਾਬਾ ਜੀ ਨੇ ਸ਼ੁੱਧ ਲਫ਼ਜ਼ ਬੋਲਿਆ ਤਾਂ ਸੰਗਤ ਦੇ ਅੰਦਰ ਚਾਅ ਚੜ੍ਹ ਗਿਆ, ਉਹ ਟਿੱਬੇ ਤੇ ਚੜ੍ਹ ਗਈ ਸੰਗਤ। ਉਹਨਾਂ ਨੇ ਉਹ ਜਿਹੜਾ ਕੋਠਾ ਸੀਗਾ ਉਹ ਸਾਰਾ ਤਿਆਰ ਕਰ ਲਿਆ। ਤਿਆਰ ਕਰਕੇ ਸਾਫ਼ ਸੁਥਰਾ ਕਰਕੇ ਮਹਾਂਪੁਰਖਾਂ ਦਾ ਆਸਣ ਜਿਹੜਾ ਸੀ ਕੋਠੇ ਵਿੱਚ ਲਵਾ ਦਿੱਤਾ। ਜਦ ਕੋਠੇ 'ਚ ਲਵਾਇਆ ਤੇ ਹੁਣ ਦੇਖੋ ਉੱਚੀ ਜਗ੍ਹਾ ਕਰਕੇ ਆਲੇ ਦੁਆਲੇ ਸਾਰੇ ਨਜ਼ਰ ਜਾਂਦੀ ਸੀ ਤੇ ਮਹਾਂਪੁਰਖਾਂ ਨੂੰ ਸੰਗਤਾਂ ਜਿਹੜੀਆਂ ਸੀ ਦੂਰੋਂ ਵੀ ਤੱਕ ਲੈਂਦੀਆਂ ਸੀ ਕਿ ਆਹ ਨਾ ਮਹਾਂਪੁਰਖਾਂ ਦਾ ਸਥਾਨ ਕੁਟੀਆ ਹੈਗੀ ਆ। ਸੋ ਦੂਰੋਂ ਜਿਹੜੀ ਕੁਟੀਆ ਦੇਖ ਕੇ ਸੰਗਤਾਂ ਦੂਰੋਂ ਹੀ ਡੰਡੋਤ ਕਰਨ ਲੱਗ ਪੈਂਦੀਆਂ ਸੀਗੀਆਂ। ਸੋ ਉਹ ਤੋਂ ਬਾਅਦ ਫਿਰ ਉਹ ਜਿਹੜਾ ਕੋਠਾ ਸੀਗਾ ਢਾਹ ਕੇ ਮਹਾਂਪੁਰਖਾਂ ਦੇ ਹੁਕਮ ਦੇ ਅਨੁਸਾਰ ਫਿਰ ਦੁਬਾਰਾ ਨਵਾਂ ਕੋਠਾ ਬਣਾਇਆ ਗਿਆ, ਜਿਹੜਾ ਖੁੱਲ੍ਹਾ ਸੀ, ਕਾਫੀ ਖੁੱਲ੍ਹਾ ਸੀਗਾ। ਉਹਦੇ 2 ਹਿੱਸੇ ਕੀਤੇ ਗਏ। ਇੱਕ ਹਿੱਸੇ ਦੇ ਵਿੱਚ ਜਿਹੜੇ ਸੀ ਮਹਾਂਪੁਰਖਾਂ ਦਾ ਆਸਣ ਲਾਇਆ, ਦੂਜੇ ਹਿੱਸੇ ਵਿੱਚ ਜਿਹੜਾ ਸੰਗਤ ਦਾ ਸਮਾਨ ਸੀਗਾ, ਜੋ ਰਸੋਈ ਦਾ ਸਮਾਨ ਸੀਗਾ, ਸਾਰਾ ਜਿਹੜਾ ਸੀਗਾ ਇੱਕ ਪਾਸੇ ਕਰ ਦਿੱਤਾ ਗਿਆ। ਇਸ ਤਰ੍ਹਾਂ ਮਹਾਂਪੁਰਖ ਫਿਰ ਜਿਹੜਾ ਦੂਸਰਾ ਕੋਠਾ ਕਮਰਾ ਵੱਡਾ ਬਣਾਇਆ ਗਿਆ ਸੀ, ਉਹਦੇ ਵਿੱਚ ਤਕਰੀਬਨ 36 ਸਾਲ ਮਹਾਂਪੁਰਖ ਉਸ ਕਮਰੇ ਵਿੱਚ ਰਹੇ ਆ। ਉੱਥੇ ਰਹਿਣ ਤੋਂ ਬਾਅਦ ਭਾਈ ਸੋਹਣ ਸਿੰਘ ਜਿਹੜੇ ਸੀਗੇ, ਉਹਨਾਂ ਨੇ ਜਿਹੜੀ ਡਿਊਟੀ ਸੀਗੀ ਉਹ ਪਹਿਰੇ 'ਤੇ ਲਾਈ ਆ ਕਿ ਮਹਾਂਪੁਰਖਾਂ ਵਾਸਤੇ ਇੱਥੇ ਪਹਿਰਾ ਜ਼ਰੂਰੀ ਚਾਹੀਦਾ ਹੈਗਾ। ਉਸ ਨੂੰ ਦੇਖ ਕੇ ਕਈ ਜਿਹੜੇ ਪ੍ਰੇਮੀ ਸੀ ਉਹਨਾਂ 'ਚ ਵੀ ਉਤਸ਼ਾਹ ਹੋਇਆ, ਲੇਕਿਨ ਸਾਰੀ ਜਿਹੜੀ ਦੇਖ ਰੇਖ ਦੀ ਡਿਊਟੀ ਸੀ ਭਾਈ ਸੋਹਣ ਸਿੰਘ ਉਹਨਾਂ ਨੇ ਲਵਾਈ। ਇੱਕ ਵਾਰੀ ਭਾਈ ਸੋਹਣ ਸਿੰਘ ਉਹਨਾਂ ਨੇ ਮਹਾਂਪੁਰਖਾਂ ਨੂੰ ਆਖਿਆ ਕਿ ਮੇਰੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ। ਬਾਬਾ ਜੀ ਕਹਿਣ ਲੱਗੇ, ਦੱਸੋ ਕਿਹੋ ਜਿਹਾ ਖਿਆਲ? ਉਹ ਕਹਿਣ ਲੱਗਾ ਕਿ ਕਈ ਲੋਕ ਮੈਨੂੰ ਕਹਿੰਦੇ ਕਿ ਸ਼ਾਇਦ ਮੈਂ ਮਹਾਂਪੁਰਖਾਂ ਤੋਂ ਰਾਤ ਨੂੰ ਪਹਿਰੇ ਦੇ ਸਮੇਂ ਪੈਸੇ ਜਿਹੜਾ ਹੈ ਉਹ ਵਸੂਲਦਾ ਹੈਗਾ। ਸੋ ਇਹ ਜਿਹੜੇ ਪੈਸੇ ਵਸੂਲਣ ਦੀ ਗੱਲ ਹੈਗੀ ਆ, ਇਹ ਮੇਰੇ ਉੱਤੇ ਲੋਕੀ ਜਿਹੜੇ ਹੈਗੇ ਆ ਕਿਤੇ ਜ਼ਿਆਦਾ ਸ਼ੱਕ ਨਾ ਕਰਨ। ਇਸ ਕਰਕੇ ਮੇਰਾ ਚਿੱਤ ਕਰਦਾ ਹੈ ਕਿ ਕੋਈ ਤੁਸੀਂ ਮੈਨੂੰ ਪਹਿਰੇ ਦੀ ਜਗ੍ਹਾ ਕੋਈ ਹੋਰ ਸੇਵਾ ਦੇ ਦਿਓ। ਜਦ ਇਹ ਜਿਹੜੀ ਗੱਲ ਸੀ ਇਹ ਭਾਈ ਸੋਹਣ ਸਿੰਘ ਹੁਣਾਂ ਨੇ ਮਹਾਂਪੁਰਖਾਂ ਨੇ ਨਾਲ ਸਾਂਝੀ ਕੀਤੀ ਤਾਂ ਮਹਾਂਪੁਰਖ ਕਹਿਣ ਲੱਗੇ, ਅਗਰ ਤੇਰੇ ਮਨ ਦੇ ਵਿੱਚ ਇਹੀ ਵਿਚਾਰ ਵਾ ਫਿਰ ਕੋਈ ਗੱਲ ਨਹੀਂ, ਅਸੀਂ ਪਹਿਲਾਂ ਕਿਸੇ ਹੋਰ ਤੋਂ ਲਵਾ ਲਵਾਂਗੇ, ਤੂੰ ਇਸ ਤਰ੍ਹਾਂ ਕਰ, ਘਰ ਬੈਠਾ ਹੀ ਸੇਵਾ ਕਰ। ਸੋ ਇਹ ਜਿਹੜਾ ਭਾਈ ਸੋਹਣ ਸਿੰਘ ਆ ਸੀਗਾ, ਇਹ ਫਿਰ ਘਰ ਚਲੇ ਗਿਆ। ਜਿਹੜੀ ਮਹਾਂਪੁਰਖਾਂ ਨੇ ਸੇਵਾ ਜਿਹੜੀ ਇਹਨੂੰ ਦੱਸੀ ਸੀ, ਉਹ ਇਹ ਦੱਸੀ ਸੀ ਵੀ ਜਿੰਨੀ ਵੀ ਸੰਗਤ ਬਾਹਰੋਂ ਆਉਂਦੀ ਆ ਨਾ, ਉਹਨਾਂ ਦੇ ਰਾਤ ਰਹਿਣ ਵਾਸਤੇ ਤੂੰ ਘਰ ਦੇ ਵਿੱਚ ਪ੍ਰਬੰਧ ਕਰ। ਉਹਨਾਂ ਦਾ ਲੰਗਰ ਪਾਣੀ ਦਾ ਪ੍ਰਬੰਧ ਜਿਹੜਾ ਸੀਗਾ ਉਹ ਭਾਈ ਸੋਹਣ ਸਿੰਘ ਦੀ ਜ਼ਿੰਮੇਵਾਰੀ ਲਾਤੀ। ਦੇਖੋ ਭਾਈ ਸੋਹਣ ਸਿੰਘ ਜਿੰਨੀ ਵੀ ਬਾਹਰੋਂ ਸੰਗਤ ਹੁੰਦੀ ਸੀ, ਆਪਣੇ ਘਰ ਦੇ ਵਿੱਚ ਰਾਤ ਠਹਿਰਨ ਵਾਸਤੇ ਉਹਨਾਂ ਨੇ ਪ੍ਰਬੰਧ ਕੀਤਾ ਸੀਗਾ। ਸੰਗਤ ਨੂੰ ਜਲ ਪਾਣੀ ਛਕਾਉਣਾ, ਰਹਿਣ ਵਾਸਤੇ ਬਿਸਤਰੇ ਮੰਜੇ ਦੇਣੇ, ਤੇ ਸਵੇਰੇ ਸੰਗਤ ਨੇ ਜਾਣੀ ਭਾਈ ਸੋਹਣ ਸਿੰਘ ਦੇ ਘਰੋਂ ਜਿਹੜੇ ਸੀਗਾ ਰਾਤ ਕੱਟ ਕੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਚਲੇ ਜਾਣਾ। ਇਸ ਤਰ੍ਹਾਂ ਫਿਰ ਭਾਈ ਸੋਹਣ ਸਿੰਘ ਜਿਹੜੇ ਸੀਗੇ ਉਹ ਵੀ ਜਿਹੜਾ ਸੀਗਾ ਇਸ ਤਰ੍ਹਾਂ ਮਹਾਂਪੁਰਖਾਂ ਦੀ ਇਸ ਸੇਵਾ ਕਰਦੇ ਰਹੇ ਆ। ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।